ਡੰਡੌਤ ਵੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਸ਼ਬਦ ਮੂਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਸ਼ਬਦ ਮੂਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ। ਗੁਣ ਸੰਗ੍ਰਹੋ ਵਿੱਚੋਂ ਔਗਣ ਜਾਹੇ, ਪੂਰੇ ਗੁਰ ਕੈ ਸ਼ਬਦ ਸਮਾਹਿ ਰਹਾਉ। ਗੁਣਾ ਕਾ ਗਾਹਕ ਹੋਵੈ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਬਖਾਣੈ। ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਗੁਣ ਅਮੋਲਕ ਪਾਏ ਨਾ ਜਾਹੇ, ਮਨ ਨਿਰਮਲ ਸਾਚੈ ਸ਼ਬਦ ਸਮਾਹੇ। ਸੇ ਬਡਭਾਗੀ ਜਿਨੀ ਨਾਮ ਧਿਆਇਆ, ਸਦਾ ਗੁਣ ਦਾਤਾ ਮਨ ਬਸਾਇਆ। ਜੋ ਗੁਣ ਸੰਗ੍ਰਹਿ, ਤਿਨ ਬਲਹਾਰੈ ਜਾਓ। ਦਰ ਸਾਚੈ ਸਾਚੇ ਗੁਣ ਗਾਓ, ਆਪੇ ਦੇਵੈ ਸਹਿਜ ਸੁਭਾਏ। ਨਾਨਕ ਕੀਮਤ ਕਹਿਣ ਨਾ ਜਾਏ, ਆਪੇ ਦੇਵੈ ਸਹਿਜ ਸੁਭਾਏ। ਨਾਨਕ ਕੀਮਤ ਕਹਿਣ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਤਖਤ ਦੇ ਮਾਲਕ, ਚਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਲੋਕ ਪਰਲੋਕ ਦੇ ਰਾਖੇ, ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਕਿ ਇਹ ਸਰੀਰ ਰੂਪੀ ਕੱਪੜਾ ਕਰਮਾਂ ਦੇ ਨਾਲ ਮਿਲਿਆ ਹੈ। ਇਸ ਸਰੀਰ ਰੂਪੀ ਕੱਪੜੇ ਦੇ ਨਾਲ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ, ਪਰਮੇਸ਼ਰ ਦਾ ਨਾਮ ਜਪਦੇ ਹੋਏ, ਸਿਫਤ ਸਲਾਹ ਵਡਿਆਈਆਂ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 361 ਅੰਗ ਤੇ ਆਸਾ ਰਾਗ ਦੇ ਅੰਦਰ ਮਹੱਲਾ ਤੀਜਾ, ਤੀਜੇ ਪਾਤਸ਼ਾਹ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਮਝਾ ਰਹੇ ਹਨ। ਸ਼ਬਦ ਮੂਆ ਵਿੱਚੋਂ ਆਪ ਗਵਾਏ। ਮਹਾਰਾਜ ਜੀ ਕਹਿਣ ਲੱਗੇ, ਜਿਸ ਨੇ ਆਪਣੇ ਹਿਰਦੇ ਅੰਦਰੋਂ, ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ। ਜਿਸ ਜੀਵ ਨੇ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ, ਉਹ ਸਤਿਗੁਰਾਂ ਦੇ ਸ਼ਬਦ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਅ ਤੋਂ ਮਰਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਸ ਨੇ ਆਪਣੇ ਹਿਰਦੇ ਅੰਦਰੋਂ ਹੰਕਾਰ ਨੂੰ ਗਵਾ ਦਿੱਤਾ ਹੈ ਕਿ ਉਹ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਜੀਵਤ ਭਾਅ ਤੋਂ ਮਰਿਆ ਹੈ। ਸਤਿਗੁਰੂ ਸਾਹਿਬ ਜੀ ਦੀ ਸਤਿਗੁਰ ਸੇਵੇ ਤਿਲ ਨਾ ਤਮਾਏ, ਕਿ ਸਤਿਗੁਰੂ ਜੀ ਦੀ ਸੇਵੇ, ਟਹਿਲ ਕਰਨ ਨਾਲ, ਸੇਵਾ ਕਰਨ ਨਾਲ, ਸਿਮਰਨ ਕਰਨ ਨਾਲ ਤਿਲ ਕਣ ਮਾਤਰ ਵੀ ਦੁਨੀਆ ਦੇ ਪਦਾਰਥਾਂ ਦੀ ਇੱਛਾ ਨਹੀਂ ਰੱਖਦੇ। ਜਿਨ੍ਹਾਂ ਨੇ ਆਪਾ ਭਾਵ ਗਮਾ ਦਿੱਤਾ ਹੈ ਤੇ ਜੀਵਤ ਭਾਅ ਤੋਂ ਮਰਿਆ ਹੈ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੂਰਨ ਗੁਰਾਂ ਦੀ ਸੇਵਾ ਕਰਨ ਕਰਕੇ ਦੁਨੀਆ ਦੇ ਪਦਾਰਥਾਂ ਦੀ ਇੱਛਾ ਤੋਂ ਰਹਿਤ ਹੋ ਜਾਂਦੇ ਹਨ। ਉਹਨਾਂ ਨੂੰ ਫਿਰ ਦੁਨੀਆ ਦੇ ਪਦਾਰਥਾਂ ਦੀ ਇੱਛਾ ਨਹੀਂ ਰਹਿੰਦੀ, ਕਿ ਅਗਿਆਨ ਦਾ ਹਨੇਰਾ ਤਿਲ ਮਾਤਰ ਵੀ ਉਹਨਾਂ ਦੇ ਅੰਦਰ ਨਹੀਂ ਰਹਿੰਦਾ। ਉਹਨਾਂ ਨੂੰ ਗਿਆਨ ਹੋ ਜਾਂਦਾ ਹੈ ਕਿ ਇੱਕ ਪਰਮੇਸ਼ਰ ਹੀ ਹੈ ਜਿਸ ਦਾ ਨਾਮ ਜਪ ਕੇ ਇਹ ਮਨੁੱਖਾਂ ਦੇ ਹੀ ਸਫਲੀ ਹੁੰਦੀ ਹੈ। ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਇਹਨਾਂ ਪਦਾਰਥਾਂ ਦਾ ਜਿਹੜਾ ਸਵਾਦ ਹੈ ਇਹ ਛੱਡਣਾ ਪੈਂਦਾ ਹੈ, ਤੇ ਗਿਆਨ ਦਾ ਹਨੇਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੂਰ ਕਰਦੀ ਹੈ, ਉਹ ਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਦੇ ਹਨ। ਵਾਹਿਗੁਰੂ ਦਾ ਨਾਮ ਜਪਦੇ ਹਨ। ਨਾਮ ਜਪ ਕੇ ਉਹ ਆਪਣੇ ਅੰਦਰੋਂ ਹੰਕਾਰ ਗਵਾ ਲੈਂਦੇ ਹਨ। ਹੰਕਾਰ ਗਵਾਉਣ ਦੇ ਨਾਲ ਨਿਰਭਉ ਦਾਤਾ ਸਦਾ ਮਨ ਹੋਏ। ਜਦੋਂ ਇਸ ਜੀਵ ਦੇ ਅੰਦਰੋਂ ਹੰਕਾਰ ਚਲਿਆ ਜਾਂਦਾ ਹੈ ਤਾਂ ਭੈ ਤੋਂ ਰਹਿਤ ਸਭ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਹਮੇਸ਼ਾ ਹੀ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਸਖਿਆਤ ਹੋ ਜਾਂਦਾ ਹੈ, ਬਸ ਜਾਂਦਾ ਹੈ। ਪਰ ਸੰਸਾਰ ਪਦਾਰਥਾਂ ਦੇ ਮਗਰ ਚੱਲਦਾ ਹੈ। ਨਾਮ ਜਪਣ ਵਾਲੇ ਦੇ ਮਗਰ ਪਦਾਰਥ ਚੱਲਦੇ ਹਨ, ਪਰ ਉਹਨਾਂ ਤੋਂ ਉਹ ਰਹਿਤ ਹੋ ਜਾਂਦਾ ਹੈ। ਨਿਰਭਉ ਦਾਤਾ ਸਦਾ ਮਨ ਹੋਏ, ਕਿ ਜਿਨ੍ਹਾਂ ਨੇ ਕਣ ਮਾਤਰ ਵੀ ਦੁਨੀਆ ਦੇ ਪਦਾਰਥਾਂ ਦੀ ਇੱਛਾ ਨਹੀਂ ਰਹਿੰਦੀ, ਜਿਨ੍ਹਾਂ ਨੂੰ ਕਿ ਨਿਰਭਉ ਦਾਤਾ ਸਦਾ ਮਨ ਹੋਏ, ਉਹਨਾਂ ਦੇ ਅੰਦਰ ਹਿਰਦੇ ਵਿੱਚ ਭੈ ਤੋਂ ਰਹਿਤ ਸਭ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਵਸਦਾ ਹੈ। ਸੱਚ ਬਾਣੀ ਪਾਏ ਭਾਗ ਕੋਏ, ਕਿ ਜੋ ਸਤਿਗੁਰੂ ਸਾਹਿਬ ਜੀ ਦੀ ਸੱਚੀ ਸਤ ਸਰੂਪ ਬਾਣੀ ਹੈ, ਉਸ ਨੂੰ ਕੋਈ ਵਿਰਲਾ ਹੀ ਵੱਡੇ ਭਾਗਾਂ ਵਾਲਾ ਪ੍ਰਾਪਤ ਕਰਦਾ ਹੈ। ਸੱਚੀ ਬਾਣੀ ਪਾਏ ਭਾਗ ਕੋਏ, ਕਿ ਜੋ ਸਤਿਗੁਰਾਂ ਦੀ ਸੱਚੀ ਸਤ ਸਰੂਪ ਬਾਣੀ ਹੈ,
ਇਸ ਨੂੰ ਕੋਈ ਬਿਰਲਾ ਹੀ ਭਾਗਾਂ ਵਾਲਾ ਪ੍ਰਾਪਤ ਕਰਦਾ ਹੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕਰਦੇ ਹਨ। ਗੁਣ ਸੰਗ੍ਰਹੋ ਵਿੱਚੋਂ ਔਗਣ ਜਾਏ, ਹੇ ਭਾਈ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣਾਂ ਨੂੰ ਹਿਰਦੇ ਵਿੱਚੋਂ ਸੰਗ੍ਰਹੋ ਹੁੰਦਾ ਹੈਗਾ, ਇਕੱਤਰ ਕਰੋ, ਇਕੱਠੇ ਕਰੋ। ਗੁਣ ਸੰਗ੍ਰਹੋ ਵਿੱਚੋਂ ਔਗਣ ਜਾਏ ਕਿ ਹੇ ਭਾਈ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਸੰਗ੍ਰਹੋ, ਇਕੱਤਰ ਕਰੋ, ਇਕੱਠੇ ਕਰੋ। ਜਿਸ ਕਰਕੇ ਅੰਤਸਕਰਨ ਹਿਰਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸਾਰੇ ਔਗਣ ਗੁਨਾਹ ਚਲੇ ਜਾਂਦੇ ਹਨ। ਔਗਣ ਜਾਹੇ ਕਿ ਜਿਹੜੇ ਔਗਣ ਹਨ ਉਹ ਸਾਰੇ ਚਲੇ ਜਾਂਦੇ ਹਨ ਜਦੋਂ ਹਿਰਦੇ ਦੇ ਅੰਦਰ ਸਤ ਸੰਤੋਖ ਦਇਆ ਧਰਮ ਤੇ ਵਿਚਾਰ ਆ ਜਾਂਦੀ ਹੈ ਸ਼ੁਭ ਗੁਣਾਂ ਦੀ ਹਿਰਦੇ ਦੇ ਵਿੱਚ, ਤੇ ਇਹ ਗੁਣ ਇਕੱਠੇ ਹੋ ਜਾਂਦੇ ਹਨ। ਫਿਰ ਹਿਰਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਸਾਰੇ ਗੁਨਾਹ ਚਲੇ ਜਾਂਦੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਪੂਰੇ ਗੁਰ ਕੈ ਸ਼ਬਦ ਸਮਾਹਿ ਰਹਾਉ, ਕਿ ਪੂਰਨ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ, ਜੋ ਗੁਰੂ ਦੀ ਬਾਣੀ ਹੈ, ਬਾਣੀ ਦਾ ਸ਼ਬਦ ਹੈ, ਬਾਣੀ ਦੇ ਸ਼ਬਦ ਦੀ ਕਮਾਈ ਕਰਕੇ ਜੋ ਗੁਰੂ ਦੀ ਬਾਣੀ ਦੱਸਦੀ ਹੈ ਕਿ ਵਾਹਿਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਜਪਣਾ ਹੈ। ਜਿਹੜੇ ਸ਼ਬਦ ਦੀ ਕਮਾਈ ਕਰਦੇ ਹਨ, ਨਾਮ ਜਪਦੇ ਹਨ, ਤੇ ਕਮਾਈ ਕਰਨੇ ਕਰਕੇ ਵਾਹਿਗੁਰੂ ਵਿੱਚ ਸਮਾ ਜਾਈਦਾ ਹੈ ਕਿ ਸਮਾਹੜਾ ਭਾਵ ਆਨੰਦ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦੇ ਵਿੱਚ ਸਮਾਉਣ ਕਰਕੇ ਫਿਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਅੰਦਰ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਰਹਾਉ ਵਿਸ਼ਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਪਦੇ ਦੇ ਅੰਦਰ ਸਮਝਾ ਰਹੇ ਹਨ। ਇੱਕ ਇੱਕ ਪਦੇ ਦੀ ਵਿਚਾਰ ਮਹਾਰਾਜ ਜੀ ਦੀ ਗਿਆਨ ਕਰਾਉਣ ਵਾਲੀ ਹੈ ਬਾਣੀ ਹੈ, ਜੋ ਇਸ ਜੀਵ ਨੂੰ ਜਿਉਣ ਦੀ ਜਾਚ ਦੱਸਦੀ ਹੈ ਕਿ ਇਹ ਜੀਵ ਜਿਉਣਾ ਕਿਵੇਂ ਹੈ ਤੇ ਕਿਸ ਵਾਸਤੇ ਤੂੰ ਆਇਆ ਹੈ। ਇੱਥੇ ਲਾਹਾ ਖੱਟਣ ਵਾਸਤੇ ਆਇਆ ਹੈ। 84 ਲੱਖ ਜੂਨਾਂ ਦਾ ਗੇੜ ਬਹੁਤ ਵੱਡਾ ਹੈ। ਦੁਬਾਰਾ ਮਨੁੱਖਾ ਦੇਹੀ ਦੀ ਵਾਰੀ ਨਹੀਂ ਮਿਲਦੀ। ਮਹਾਰਾਜ ਜੀ ਕਹਿਣ ਲੱਗੇ, ਗੁਣਾ ਕਾ ਗਾਹਕ ਹੋਵੈ। ਹੇ ਭਾਈ, ਜਿਹੜਾ ਸਰਦਾ ਵਿਸ਼ਵਾਸ ਦੇ ਸਹਿਤ ਸ਼ੁਭ ਗੁਣਾਂ ਦਾ ਗਾਹਕ ਖਰੀਦਦਾਰ ਹੁੰਦਾ ਹੈ। ਗੁਣਾ ਕਾ ਗਾਹਕ ਹੋਵੈ, ਹੇ ਭਾਈ, ਜੋ ਸਰਦਾ ਵਿਸ਼ਵਾਸ ਦੇ ਸਹਿਤ ਸ਼ੁਭ ਗੁਣਾਂ ਦਾ ਗਾਹਕ ਖਰੀਦਦਾਰ ਹੁੰਦਾ ਹੈ, ਸੋ ਗੁਣ ਜਾਣੈ। ਉਹੀ ਸਤ ਸੰਤੋਖ ਗਿਆਨ ਆਦਿਕ ਗੁਣਾਂ ਦੀ ਕਦਰ ਜਾਣਦਾ ਹੈ। ਨਹੀਂ ਤਾਂ ਮਹਾਰਾਜ ਜੀ ਨੇ ਬਾਣੀ ਅੰਦਰ ਸਮਝਾਉਣਾ ਕੀਤਾ ਹੈ, ਬਿਨ ਗਾਹਕ ਗੁਣ ਵੇਚਿਐ ਤਉ ਗੁਣ ਸਹਿਗੋ ਜਾਏ। ਬਿਨਾ ਗਾਹਕ ਤੋਂ ਜੇ ਗੁਣ ਵੇਚਣਾ ਕਰੀਏ ਤਾਂ ਸਸਤੇ ਮੁੱਲ ਜਾਂਦੇ ਹਨ। ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਗੁਣਾ ਕਾ ਗਾਹਕ ਹੋਵੈ। ਹੇ ਭਾਈ, ਜੋ ਸਰਦਾ ਵਿਸ਼ਵਾਸ ਦੇ ਸਹਿਤ ਸ਼ੁਭ ਗੁਣਾਂ ਦਾ ਗਾਹਕ ਖਰੀਦਦਾਰ ਹੁੰਦਾ ਹੈ, ਉਹੀ ਸਤ ਸੰਤੋਖ ਗਿਆਨ ਆਦਿਕ ਗੁਣਾਂ ਦੀ ਕਦਰ ਜਾਣਦਾ ਹੈ ਕਿ ਇਹਨਾਂ ਗੁਣਾਂ ਦੀ ਕੀ ਕਦਰ ਹੈ। ਉਹੀ ਸਤਿਗੁਰਾਂ ਦੇ ਗੁਣ ਉਪਕਾਰ ਨੂੰ ਜਾਣਦਾ ਹੈ। ਜਿਹੜਾ ਬਾਣੀ ਬਖਸ਼ਿਸ਼ਾਂ ਕਰ ਰਹੀ ਹੈ, ਆਪਾਂ ਨੂੰ ਗੁਣ ਦੇ ਰਹੀ ਹੈ ਕਿ ਇਹਨਾਂ ਮਰਜ਼ਾਦਾ ਦੇ ਵਿੱਚ ਚੱਲੋ। ਜਿਹੜਾ ਸ਼ੁਭ ਗੁਣਾਂ ਦੀ ਕਦਰ ਜਾਣਦਾ ਹੈ, ਉਹੀ ਬਾਣੀ ਦੇ ਉਪਦੇਸ਼ ਦੀ ਕਦਰ ਨੂੰ ਜਾਣਦਾ ਹੈ। ਅੰਮ੍ਰਿਤ ਸ਼ਬਦ ਨਾਮ ਬਖਾਣੈ। ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਨਾਮ ਦਾ ਬਖਿਆਨ ਕਰਦਾ ਹੈ। ਉਹੀ ਜਿਹੜਾ ਗੁਣਾਂ ਦੀ ਕਦਰ ਨੂੰ ਜਾਣਦਾ ਹੈ, ਉਹੀ ਕਿ ਸਤਿਗੁਰਾਂ ਦੇ ਉਪਦੇਸ਼ ਕਰਕੇ ਮਿਰਤੂ ਤੋਂ ਰਹਿਤ ਕਰਨ ਵਾਲੇ ਨਾਮ ਦਾ ਬਖਿਆਨ ਕਰਦਾ ਹੈ, ਨਾਮ ਜਪਦਾ ਹੈ।
ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਜਿਸ ਨੂੰ ਇਹ ਪਤਾ ਹੈ ਕਿ ਵਾਹਿਗੁਰੂ ਦਾ ਨਾਮ ਹੀ ਇਸ ਜੀਵ ਨੂੰ ਸੰਸਾਰ ਤੋਂ, ਸਮੁੰਦਰ ਤੋਂ, ਇਸ ਦੁਨੀਆ ਤੋਂ 84 ਲੱਖ ਜੂਨਾਂ ਦੇ ਗੇੜ ਤੋਂ ਬਚਾਉਂਦਾ ਹੈ। ਉਹ ਕਦਰ ਕਰਕੇ ਫਿਰ ਉਹੀ ਨਾਮ ਨੂੰ ਜਪਦਾ ਹੈ। ਨਹੀਂ ਸੰਸਾਰ ਨਾਮ ਤੋਂ ਵਾਂਝਾ ਰਹਿ ਕੇ ਦੁਬਾਰਾ ਫੇਰ 84 ਲੱਖ ਦੇ ਗੇੜ ਵਿੱਚ ਪੈ ਜਾਂਦਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਸਾਚੀ ਬਾਣੀ ਸੂਚਾ ਹੋਏ, ਗੁਰ ਤੇ ਨਾਮ ਪ੍ਰਾਪਤ ਹੋਏ, ਕਿ ਸਤਿਗੁਰਾਂ ਦੀ ਸੱਚੀ ਬਾਣੀ ਕਰਕੇ ਮਨ ਪਵਿੱਤਰ ਹੋ ਜਾਂਦਾ ਹੈ। ਸਾਚੀ ਬਾਣੀ ਸੂਚਾ ਹੋਏ, ਸਤਿਗੁਰਾਂ ਦੀ ਸੱਚੀ ਬਾਣੀ ਕਰਕੇ ਜਿਹੜਾ ਮਨ ਹੈ ਇਹ ਪਵਿੱਤਰ ਹੋ ਜਾਂਦਾ ਹੈ। ਸਰਦਾ ਆਦਿਕ ਸ਼ੁਭ ਗੁਣਾਂ ਤੋਂ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਣ ਤੇ ਨਾਮ ਪ੍ਰਾਪਤ ਹੋਏ। ਮਹਾਰਾਜ ਜੀ ਕਥਨ ਕਰਦੇ ਹਨ ਕਿ ਸਰਦਾ ਆਦਿਕ ਸ਼ੁਭ ਗੁਣਾਂ ਤੋਂ ਸਤਿਗੁਰਾਂ ਦੁਆਰਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੁਆਰਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਜੋ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਬਾਣੀ ਉਪਦੇਸ਼ ਦਿੰਦੀ ਹੈ। ਜਿਹੜਾ ਬਾਣੀ ਦੁਆਰਾ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਣੀ ਹੈ, ਨਾਮ ਦੁਆਰਾ ਹੀ ਪਰਮੇਸ਼ਰ ਦਾ ਮੇਲ ਹੋਣਾ ਹੈ। ਗੁਣ ਅਮੋਲਕ ਪਾਏ ਨਾ ਜਾਹੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਇਹ ਅਮੋਲਕ ਬੇਕੀਮਤੀ ਗੁਣ ਕਿਸੇ ਮਨੁੱਖ ਦੇ ਆਪਣੇ ਯਤਨ ਜਾਂ ਅਕਲ, ਵਾਹਿਗੁਰੂ ਕਿ ਆਪਣੇ ਯਤਨ ਜਾਂ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਕੀਤੇ ਜਾਂਦੇ। ਗੁਣ ਅਮੋਲਕ ਪਾਏ ਨਾ ਜਾਹੇ। ਇਹ ਅਮੋਲਕ ਬੇਕੀਮਤੀ ਗੁਣ ਕਿਸੇ ਮਨੁੱਖ ਦੇ ਆਪਣੇ ਯਤਨ ਜਾਂ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਕੀਤੇ ਜਾਂਦੇ। ਮਨ ਨਿਰਮਲ ਸਾਚਾ ਸ਼ਬਦ ਸਮਾਹੇ, ਕਿ ਸੱਚੇ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਨ ਹੈ ਜਿਹੜਾ ਹਿਰਦਾ ਹੈ ਮੈਲ ਤੋਂ ਰਹਿਤ ਸ਼ੁੱਧ ਹੋ ਜਾਂਦਾ ਹੈ। ਸ਼ੁੱਧ ਹੋਣ ਵਾਸਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ, ਨਾਮ ਦੀ ਕੀਮਤ ਹੈ, ਉਸ ਨੂੰ ਕੋਈ ਵਿਰਲਾ ਹੀ ਜਾਣਦਾ ਹੈ ਕਿ ਹਿਰਦੇ ਦੀ ਮੈਲ ਲਾਹੁਣ ਵਾਸਤੇ ਪਰਮੇਸ਼ਰ ਦਾ ਨਾਮ ਹੀ ਹੈ। ਜੈਸਾ ਕਿ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਿ ਜਿਹੜੀ ਹਿਰਦੇ ਦੀ ਮੈਲ ਹੈ ਉਹ ਨਾਮ ਦੇ ਨਾਲ ਹੀ ਧੋਤੀ ਜਾਂਦੀ ਹੈ, ਸ਼ੁੱਧ ਹੁੰਦੀ ਹੈ। ਫਿਰ ਸੱਚੇ ਪਰਮੇਸ਼ਰ ਵਿੱਚ ਸਮਾ ਜਾਈਦਾ ਹੈ ਜਦੋਂ ਹਿਰਦੇ ਦੀ ਮੈਲ ਨਾਮ ਦੇ ਨਾਲ ਧੋ ਲਈ ਜਾਂਦੀ ਹੈ। ਫਿਰ ਸੱਚਾ ਸ਼ਬਦ ਸਮਾਹੇ, ਉਹ ਸਦਾ ਸਮਾਹੇ, ਸਮਾਹੜਾ ਭਾਵ ਆਨੰਦ ਪ੍ਰਾਪਤ ਹੁੰਦਾ ਹੈ ਜਦੋਂ ਇਸ ਹਿਰਦੇ ਦੀ ਮਨ ਦੀ ਮੈਲ ਲੈ ਕੇ ਪਰਮੇਸ਼ਰ ਦੇ ਨਾਲ ਮਿਲ ਜਾਈਦਾ ਹੈ। ਫਿਰ ਮਿਲਣ ਕਰਕੇ ਉਸ ਦਾ ਸਮਾਹੜਾ ਭਾਵ ਆਨੰਦ ਪ੍ਰਾਪਤ ਹੁੰਦਾ ਹੈ, ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਸੇ ਵਡਭਾਗੀ ਜਿਨ ਨਾਮ ਧਿਆਇਆ, ਸਦਾ ਗੁਣ ਦਾਤਾ ਮਨ ਵਸਾਇਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਸੇ ਉਹ ਬਹੁਤ ਹੀ ਵਡਭਾਗੀ, ਵੱਡੇ ਭਾਗਾਂ ਵਾਲੇ ਹਨ, ਜਿਨ ਨਾਮ ਧਿਆਇਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹ ਵੱਡੇ ਭਾਗਾਂ ਵਾਲੇ ਹਨ। ਸਦਾ ਗੁਣ ਦਾਤਾ ਮਨ ਵਸਾਇਆ, ਸਦਾ ਹਮੇਸ਼ਾ ਹੀ ਸ਼ੁਭ ਗੁਣਾਂ ਦੇ ਦਾਤਾਂ ਦੇਣ ਵਾਲੇ ਪਰਮੇਸ਼ਰ ਨੂੰ ਗੁਰਾਂ ਦੇ ਸ਼ਬਦ ਦੁਆਰਾ ਸ਼ਰਾਵਣ ਕਰਕੇ, ਮੰਨਣ ਕਰਕੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਜਿਨ੍ਹਾਂ ਨੇ, ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਹਮੇਸ਼ਾ ਹੀ ਸ਼ੁਭ ਗੁਣਾਂ ਦੇ ਦਾਤਾਂ ਦੇਣ ਵਾਲੇ ਪਰਮੇਸ਼ਰ ਨੂੰ ਗੁਰਾਂ ਦੇ ਸ਼ਬਦ ਦੁਆਰਾ ਸ਼ਰਾਵਣ ਕਰਕੇ, ਮੰਨਣ ਕਰਕੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ। ਜੋ ਗੁਣ ਸੰਗ੍ਰਹਿ ਤਿਨ ਬਲਹਾਰੈ ਜਾਓ,
ਦਰ ਸਾਚੈ ਸਾਚੇ ਗੁਣ ਗਾਓ। ਗੁਰੂ ਅਮਰਦਾਸ ਮਹਾਰਾਜ ਜੀ ਅਖੀਰਲੇ ਚੌਥੇ ਪਦੇ ਦੇ ਅੰਦਰ ਸਮਝਾ ਰਹੇ ਹਨ। ਅਖੀਰਲਾ ਪਦਾ ਤਤ ਸਿਧਾਂਤ ਦਾ ਹੁੰਦਾ ਹੈ, ਜੋ ਆਪਾਂ ਕਹਿ ਦਿੰਦੇ ਹਾਂ ਨਿਚੋੜ, ਜਿਹੜਾ ਨਿਚੋੜ ਹੁੰਦਾ ਹੈ ਗੱਲ ਦਾ। ਇਹ ਨਿਚੋੜ ਦੀਆਂ ਪੰਗਤੀਆਂ ਹੁੰਦੀਆਂ ਹਨ ਅਖੀਰਲੀਆਂ। ਮਹਾਰਾਜ ਜੀ ਕਹਿਣ ਲੱਗੇ ਜੋ ਗੁਣ ਸੰਗ੍ਰਹ ਹੈ, ਹੇ ਭਾਈ ਜਿਹੜੇ ਸਤ ਸੰਤੋਖ ਦਇਆ ਧਰਮ ਆਦਿਕ ਗੁਣਾਂ ਨੂੰ ਸੰਗ੍ਰਹ ਇਕੱਤਰ ਕਰਦੇ ਹਨ, ਇਕੱਠੇ ਕਰਦੇ ਹਨ। ਤਿੰਨ ਬਲਿਹਾਰੈ ਜਾਓ, ਉਹਨਾਂ ਤਾਈਂ ਸੈਂਕੜੇ ਵਾਰੀ ਬਲਿਹਾਰੈ ਕੁਰਬਾਨ ਜਾਂਦੇ ਹਾਂ ਅਸੀਂ। ਜਿਹੜੇ ਸੱਚੇ ਦੁਆਰੇ ਸਤ ਸੰਗਤ ਵਿੱਚ ਮਿਲ ਕੇ ਸੱਚੇ ਪਰਮੇਸ਼ਰ ਦੇ ਗੁਣਾਂ ਤਾਈਂ ਸਿਫਤਾਂ ਤਾਈਂ ਗਾਉਂਦੇ ਹਨ, ਉਹਨਾਂ ਤੋਂ ਅਸੀਂ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦੇ ਹਾਂ। ਆਪੇ ਦੇਵੈ ਸਹਿਜ ਸੁਭਾਏ, ਉਹਨਾਂ ਨੂੰ ਪਰਮੇਸ਼ਰ ਅਕਾਲ ਪੁਰਖ ਆਪ ਹੀ ਗੁਰਾਂ ਦੁਆਰਾ ਬਖਸ਼ਿਸ਼ਾਂ ਦਿੰਦਾ ਹੈ, ਕਿਰਪਾ ਕਰਦਾ ਹੈ ਉਹਨਾਂ ਤੇ। ਸਹਿਜ ਸੁਭਾਏ, ਉਹ ਸਹਿਜ ਸ਼ਾਂਤੀ ਸੁਭਾਅ ਧਾਰ ਕੇ ਸੁਤੇ ਸਿੱਧ ਹੀ ਪ੍ਰਕਾਸ਼ ਸਰੂਪ ਵਿੱਚ ਜੁੜੇ ਰਹਿੰਦੇ ਹਨ, ਉਸ ਅਕਾਲ ਪੁਰਖ ਵਿੱਚ ਜੁੜੇ ਰਹਿੰਦੇ ਹਨ। ਨਾਨਕ ਕੀਮਤ ਕਹਿਣ ਨਾ ਜਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਦੇ ਪਰਉਪਕਾਰਾਂ ਦੀ ਕੀਮਤ, ਪਰਉਪਕਾਰਾਂ ਦਾ ਮੁੱਲ ਕਿਹਾ ਨਹੀਂ ਜਾਂਦਾ। ਜਿਨ੍ਹਾਂ ਨੂੰ ਸਹਿਜ ਸੁਭਾਏ ਨਿਰਯਤਨ ਹੀ ਗਿਆਨ ਦੀ ਬਖਸ਼ਿਸ਼ ਕਰ ਦਿੰਦਾ ਹੈ ਪਰਮੇਸ਼ਰ, ਉਹਨਾਂ ਦੀ ਮਹਾਨਤਾ ਰੂਪ ਕੀਮਤ ਵੀ ਨਹੀਂ ਕਹੀ ਜਾ ਸਕਦੀ। ਉਹਨਾਂ 'ਤੇ ਵੀ ਕਿਰਪਾ ਹੋ ਜਾਂਦੀ ਹੈ ਕਿ ਉਹਨਾਂ ਦੀ ਵੀ ਮਹਾਨਤਾ ਕਹੀ ਨਹੀਂ ਜਾਂਦੀ ਕਿ ਜਿਨ੍ਹਾਂ 'ਤੇ ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ, ਨਾਨਕ ਕੀਮਤ ਕਹਿਣ ਨਾ ਜਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਦੇ ਪਰਉਪਕਾਰਾਂ ਦੀ ਕੀਮਤ ਮੁੱਲ ਕਿਹਾ ਨਹੀਂ ਜਾਂਦਾ। ਜਿਨ੍ਹਾਂ ਨੂੰ ਸਹਿਜ ਸੁਭਾਏ ਸੁਤੇ ਸਿੱਧ ਨਿਰਯਤਨ ਹੀ ਗਿਆਨ ਦੀ ਬਖਸ਼ਿਸ਼ ਕਰ ਦਿੰਦਾ ਹੈ, ਉਹਨਾਂ ਦੀ ਮਹਾਨਤਾ ਰੂਪੀ ਕੀਮਤ ਵੀ ਕਹੀ ਨਹੀਂ ਜਾ ਸਕਦੀ। ਆਸਾ ਮਹੱਲਾ ਤੀਜਾ। ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁੰਨੇ ਮੇਲ ਮਿਲਾਈ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਹਰ ਕੀ ਕੀਮਤ ਬਿਨ, ਹਰ ਕੀ ਕੀਮਤ ਕਿਨ ਬਿਧ ਹੋਏ। ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਇ ਰਹਾਉ। ਗੁਰਮੁਖ ਕੀਮਤ ਜਾਣੈ ਕੋਇ, ਬਿਰਲੇ ਕਰਮ ਪ੍ਰਾਪਤ ਹੋਏ। ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਬਖਾਣੈ ਕੋਇ। ਬਿਨ ਨਾਵੈ ਦੁਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ। ਬਿਨ ਗੁਰ ਭੇਟੇ ਦੁੱਖ ਕਮਾਏ, ਮਨਮੁਖ ਬਹੁਤੀ ਮਿਲੈ ਸਜਾਏ। ਹਰ ਕਾ ਨਾਮ ਮੀਠਾ ਆਤ ਰਸ ਹੋਏ, ਪੀਵਤ ਰਹੈ ਪੀਆਏ ਸੋਏ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੇ ਗਤ ਪਾਏ। ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਸਮਝਾ ਰਹੇ ਹਨ ਸਤਿਗੁਰ ਵਿੱਚ ਵੱਡੀ ਵਡਿਆਈ, ਕਿ ਸਤਿਗੁਰੂ ਗੁਰੂ ਸਾਹਿਬ ਜੀ ਦੇ ਸਰੂਪ ਵਿੱਚ, ਸਰੂਪ ਦੇ ਅੰਦਰ ਬਹੁਤੀ ਵਡਿਆਈ, ਬਹੁਤੀ ਮਹਿਮਾ ਹੈ, ਬਹੁਤੀ ਸੋਭਾ ਹੈ। ਸਤਿਗੁਰ ਵਿੱਚ ਵੱਡੀ ਵਡਿਆਈ, ਕਿ ਸਤਿਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਬਹੁਤੀ ਵਡਿਆਈ ਹੈ, ਬਹੁਤੀ ਮਹਿਮਾ ਹੈ, ਬਹੁਤੀ ਸੋਭਾ ਹੈ। ਚਿਰੀ ਵਿਛੁੰਨੇ ਮੇਲ ਮਿਲਾਈ, ਜੋ 84 ਲੱਖ ਜੂਨਾਂ ਜਾਂ ਜੁਗਾਂ ਆਦਿਕ ਦੇ ਵਿੱਚ ਚਿਰੀ ਚਿਰਾਂ ਤੋਂ
ਵਿਛੋਨੇ ਵਿਛੜੇ ਹੋਇਆਂ ਨੂੰ ਵਾਹਿਗੁਰੂ ਦੇ ਮਿਲਾਪ ਵਿੱਚ ਮਿਲਾ ਦਿੱਤਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੋਨੇ ਮੇਲ ਮਿਲਾਈ, ਕਿ ਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਬਹੁਤੀ ਵਡਿਆਈ ਮਹਿਮਾ ਹੈ, ਸੋਭਾ ਹੈ, ਜੋ 84 ਲੱਖ ਜੂਨਾਂ ਜਾਂ ਜੁਗਾਂ ਆਦਿਕ ਦੇ ਵਿੱਚ ਚਿਰਾਂ ਦੇ ਵਿਛੜੇ ਹੋਇਆਂ ਨੂੰ ਵਾਹਿਗੁਰੂ ਦੇ ਮਿਲਾਪ ਵਿੱਚ ਮਿਲਾ ਦਿੱਤਾ ਹੈ। ਆਪੇ ਮੇਲੇ ਮੇਲ ਮਿਲਾਏ। ਹੇ ਭਾਈ, ਪਰਮੇਸ਼ਰ ਆਪ ਹੀ ਜਿਨ੍ਹਾਂ ਨੂੰ ਸਤਿਗੁਰਾਂ ਨਾਲ ਮੇਲਦਾ ਹੈ ਤੇ ਸਤਿਗੁਰੂ ਜੀ ਉਸ ਨੂੰ ਨਾਮ ਵਿੱਚ ਮੇਲਣਾ ਕਰਦੇ ਹਨ। ਆਪੇ ਮੇਲੇ ਮੇਲ ਮਿਲਾਏ, ਆਪਣੀ ਕੀਮਤ ਆਪੇ ਪਾਏ। ਕਿ ਇਹ ਭਾਈ, ਪਰਮੇਸ਼ਰ ਆਪ ਹੀ ਜਿਨ੍ਹਾਂ ਨੂੰ ਸਤਿਗੁਰਾਂ ਦੇ ਨਾਲ, ਗੁਰੂ ਸਾਹਿਬ ਦੇ ਨਾਲ ਮੇਲਦਾ ਹੈ ਤੇ ਗੁਰੂ ਸਾਹਿਬ ਜੀ ਉਸ ਨੂੰ ਨਾਮ ਵਿੱਚ ਮੇਲਣਾ ਕਰਦੇ ਹਨ, ਫਿਰ ਉਹਨਾਂ ਮਿਲਿਆ ਹੋਇਆਂ ਨੂੰ ਪਰਮੇਸ਼ਰ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ। ਜਿਹੜੇ ਗੁਰਮੁਖ ਜਨ ਪਰਮੇਸ਼ਰ ਨੇ ਆਪ ਮੇਲੇ ਹਨ, ਉਹ ਮਿਲੇ ਹੋਏ ਹੋਰਨਾਂ ਨੂੰ ਵੀ ਵਾਹਿਗੁਰੂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ। ਉਹ ਪਰਮੇਸ਼ਰ ਆਪਣੀ ਕਾਦਰ, ਆਪਣੀ ਮੁੱਲ ਨੂੰ ਆਪ ਹੀ ਪਾਉਂਦਾ ਹੈ। ਹਰ ਕੀ ਕੀਮਤ ਕਿਨ ਬਿਦ ਪਾਏ। ਹੇ ਸਤਿਗੁਰੂ ਸਾਹਿਬ ਜੀ, ਪਰਮੇਸ਼ਰ ਦੀ ਕੀਮਤ, ਪਰਮੇਸ਼ਰ ਦੀ ਕਾਦਰ ਕਿਨ ਕਿਹੜੀ ਵਿਧੀ ਨਾਲ ਪ੍ਰਾਪਤੀ ਹੁੰਦੀ ਹੈ, ਪ੍ਰਾਪਤੀ ਹੋਵੇ। ਹਰ ਕੀ ਕੀਮਤ ਕਿਨ ਵਿਦ ਹੋਏ। ਕਿ ਹੇ ਗੁਰੂ ਸਾਹਿਬ ਜੀ, ਪਰਮੇਸ਼ਰ ਦੀ ਕੀਮਤ, ਕਾਦਰ ਕਿਹੜੀ ਵਿਧੀ ਦੇ ਨਾਲ ਪ੍ਰਾਪਤੀ ਹੋਵੇ। ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਇ ਰਹਾਉ। ਮਹਾਰਾਜ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਉਹ ਪਰਮੇਸ਼ਰ ਅਪਰੰਪਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਆਗਮ ਅਗੋਚਰ, ਆਗਮ ਮਨ ਦੀ ਹੰਗਤਾ ਤੋਂ ਰਹਿਤ ਹੈ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਗੁਰ ਕੈ ਸ਼ਬਦ ਮਿਲੈ ਜਨ ਕੋਇ। ਕਿ ਗੁਰ, ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਕੋਈ ਕੋਈ ਬਿਰਲਾ ਹੀ ਪੁਰਸ਼ ਆਪਾ ਭਾਵ ਮੇਟ ਕੇ ਵਾਹਿਗੁਰੂ ਵਿੱਚ ਮਿਲਦਾ ਹੈ। ਹਰ ਅਪਰੰਪਰ ਅਗਮ ਅਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਇ। ਹੇ ਗੁਰਸਿੱਖੋ, ਉਹ ਪਰਮੇਸ਼ਰ ਅਪਰੰਪਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਆਗਮ ਅਗੋਚਰ, ਆਗਮ ਮਨ ਦੀ ਹੰਗਤਾ ਤੋਂ ਰਹਿਤ ਹੈ। ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਗੁਰ ਕੈ ਸ਼ਬਦ ਮਿਲੈ ਜਨ ਕੋਇ। ਗੁਰ, ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਕੋਈ ਕੋਈ ਬਿਰਲਾ ਹੀ ਪੁਰਸ਼ ਆਪਾ ਭਾਵ ਮੇਟ ਕੇ, ਹੰਕਾਰ ਮੇਟ ਕੇ ਵਾਹਿਗੁਰੂ ਵਿੱਚ ਮਿਲਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਗੁਰਮੁਖ ਕੀਮਤ ਜਾਣੈ ਕੋਇ, ਬਿਰਲੇ ਕਰਮ ਪ੍ਰਾਪਤ ਹੋਏ। ਹੇ ਭਾਈ, ਕੋਈ ਬਿਰਲਾ ਹੀ ਗੁਰਮੁਖ ਜਨ ਅਧਿਕਾਰੀ ਬਣ ਕੇ, ਆਪਾ ਭਾਵ ਮੇਟ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕੀਮਤ, ਕਦਰ ਨੂੰ ਜਾਣਦਾ ਹੈ। ਗੁਰਮੁਖ ਕੀਮਤ ਜਾਣੈ ਕੋਇ। ਕਿ ਹੇ ਭਾਈ, ਕੋਈ ਬਿਰਲਾ ਹੀ ਗੁਰਮੁਖ ਜਨ ਅਧਿਕਾਰੀ ਬਣ ਕੇ, ਆਪਾ ਭਾਵ ਮੇਟ ਕੇ, ਅੰਦਰੋਂ ਹੰਕਾਰ ਮੇਟ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕਦਰ ਨੂੰ, ਕੀਮਤ ਨੂੰ ਜਾਣਦਾ ਹੈ। ਪਰੰਤੂ ਬਿਰਲੇ ਕਰਮ ਪ੍ਰਾਪਤ ਹੋਏ। ਪਰੰਤੂ ਕਿਸੇ ਬਿਰਲੇ ਟਾਵੇਂ ਪੁਰਖਾਂ ਨੂੰ ਸਤਿਗੁਰੂ ਜੀ ਦੀ ਕਰਮ ਬਖਸ਼ਿਸ਼ ਜਾਂ ਨਿਸ਼ਕਾਮ ਕਰਮਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹ ਭਾਈ, ਕੋਈ ਬਿਰਲਾ ਹੀ ਗੁਰਮੁਖ ਜਨ ਅਧਿਕਾਰੀ ਬਣ ਕੇ, ਆਪਾ ਭਾਵ ਮੇਟ ਕੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਕਦਰ ਨੂੰ ਜਾਣਦਾ ਹੈ, ਕੀਮਤ ਨੂੰ ਜਾਣਦਾ ਹੈ। ਪਰੰਤੂ ਕਿਸੇ ਬਿਰਲੇ ਟਾਵੇਂ ਪੁਰਖਾਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਜਾਂ ਨਿਸ਼ਕਾਮ ਕਰਮਾਂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਉੱਚੀ ਬਾਣੀ ਉੱਚਾ ਹੋਏ। ਹੇ ਭਾਈ, ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੀ ਰਸਨਾ ਤਿੰਨਾਂ ਗੁਣਾਂ ਤੋਂ ਅਤੀਤ ਉੱਚੀ ਉਚਾਈ ਵਾਲੀ ਹੈ। ਉੱਚੀ ਬਾਣੀ ਉੱਚਾ ਹੋਏ ਕਿ ਹੇ ਭਾਈ, ਸਤਿਗੁਰਾਂ ਦੀ ਬਾਣੀ ਰਸਨਾ ਤਿੰਨਾਂ ਗੁਣਾਂ ਤੋਂ ਅਤੀਤ ਉੱਚੀ ਉਚਾਈ ਵਾਲੀ ਹੈ। ਕਿ ਉੱਚੀ ਬਾਣੀ ਅਕਾਲੀ ਇਲਾਹੀ ਬਾਣੀ, ਆਲਾ ਦਰਜੇ ਦੀ ਬਾਣੀ ਦੇ ਸਰਾਵਣ ਮੰਨਣ ਨਿਧਾਸਣ ਕਰਕੇ ਜਿਸ ਦਾ ਮਨ ਤਿੰਨਾਂ ਗੁਣਾਂ ਦੀ ਕੈਦ ਤੋਂ ਛੁੱਟ ਕੇ ਤੁਰਿਆ ਪਦ ਦੀ ਪਛਾਣ ਵਾਲਾ ਉੱਚਾ ਹੋ ਜਾਂਦਾ ਹੈ। ਕਿ ਸ਼ਬਦ ਵਖਾਣੈ ਕੋਏ, ਕਿ ਉਹ ਕੋਈ ਗੁਰਾਂ ਦੁਆਰਾ ਗੁਰਮੁਖ ਬਣ ਕੇ ਸ਼ਬਦ ਉਪਦੇਸ਼ ਦਾ ਕਥਨ ਕਰਦਾ ਹੈ। ਉਸ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਹੈ। ਬਿਨ ਨਾਵੈ ਦੁਖ ਦਰਦ ਸਰੀਰ। ਹੇ ਭਾਈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਰੀਰ ਹੈ ਜਿਹੜਾ ਇਹ ਦੇਹੀ ਹੈ। ਇਸ ਦੇਹੀ ਵਿੱਚ, ਇਸ ਸਰੀਰ ਵਿੱਚ ਦੁੱਖ ਕਸ਼ਟ ਅਤੇ ਮਨ ਵਿੱਚ ਅਵਿਦਿਆ ਦੀ ਪੀੜਾ ਹੁੰਦੀਆਂ ਰਹਿੰਦੀਆਂ ਹਨ। ਬਿਨ ਨਾਵੈ ਦੁੱਖ ਦਰਦ ਸਰੀਰ। ਹੇ ਭਾਈ, ਨਾਵੈ ਨਾਮ ਤੋਂ ਬਗੈਰ ਬਿਨਾਂ ਸਰੀਰ ਵਿੱਚ, ਦੇਹ ਵਿੱਚ ਕਸ਼ਟ ਦੁੱਖ ਅਤੇ ਮਨ ਵਿੱਚ ਅਵਿਦਿਆ ਦੀ ਦਰਦ ਪੀੜਾ ਹੁੰਦੀਆਂ ਰਹਿੰਦੀਆਂ ਹਨ। ਦਰਦ ਹੀ ਹੁੰਦੇ ਰਹਿੰਦੇ ਹਨ। ਸਤਿਗੁਰ ਭੇਟੇ ਤਾਂ ਉਤਰੈ ਪੀਰ। ਜੇਕਰ ਸਤਿਗੁਰੂ ਗੁਰੂ ਸਾਹਿਬ ਜੀ ਨਾਲ ਮਿਲ ਜਾਵੇ, ਮਿਲਾਪ ਹੋ ਜਾਵੇ, ਤਦ ਹਉਮੈ ਅਤੇ ਅਵਿਦਿਆ ਆਦਿਕ ਦੀਆਂ ਜਿਹੜੀਆਂ ਪੀੜਾਂ ਹਨ ਉਹ ਉਤਰ ਜਾਂਦੀਆਂ ਹਨ। ਬਿਨ ਗੁਰ ਭੇਟੇ ਦੁੱਖ ਕਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਸਾਹਿਬ ਜੀ ਦੇ ਮਿਲੇ ਤੋਂ ਬਗੈਰ ਜੀਵ ਜੰਮਣ ਮਰਨ ਦੇ ਦੁੱਖ ਕਸ਼ਟ ਦੇਣ ਵਾਲੀ ਕਮਾਈ ਨੂੰ ਹੀ ਕਮਾਉਂਦਾ ਹੈ। ਬਿਨ ਗੁਰ ਭੇਟੇ ਦੁੱਖ ਕਮਾਏ, ਕਿ ਸਤਿਗੁਰੂ ਸਾਹਿਬ ਜੀ ਦੇ ਭੇਟੇ ਹੁੰਦਾ ਮਿਲੇ ਤੋਂ ਬਗੈਰ ਜੀਵ ਜੰਮਣ ਮਰਨ ਦੇ ਦੁੱਖ ਕਸ਼ਟ ਦੇਣ ਵਾਲੀ ਕਮਾਈ ਨੂੰ ਹੀ ਕਮਾਉਂਦਾ ਰਹਿੰਦਾ ਹੈ। ਮਨਮੁਖ ਬਹੁਤੀ ਮਿਲੈ ਸਜਾਏ। ਮਨਮੁਖ ਜੀਵ, ਬੇਸਮਝ ਜੀਵ ਆਪਣੀ ਹੀ ਮੱਤ ਵਰਤਦਾ ਹੈ। ਇਸ ਕਰਕੇ ਉਸ ਨੂੰ ਲੋਕ ਪਰਲੋਕ ਵਿੱਚ ਮਿਲੈ ਸਜਾਏ ਬਹੁਤੀ ਅਤਿਅੰਤ ਸਜ਼ਾ ਮਿਲਦੀ ਹੈ। ਮਨਮੁਖ ਬਹੁਤੀ ਮਿਲੈ ਸਜਾਏ। ਮਨਮੁਖ ਬੇਸਮਝ ਜੀਵ ਆਪਣੀ ਹੀ ਮੱਤ ਵਰਤਦਾ ਹੈ। ਇਸ ਕਰਕੇ ਆਪਣੀ ਮੱਤ ਵਰਤਣ ਕਰਕੇ ਉਸ ਨੂੰ ਲੋਕ ਪਰਲੋਕ ਵਿੱਚ ਬਹੁਤੀ ਅਤਿਅੰਤ ਸਜ਼ਾ ਮਿਲਦੀ ਹੈ। ਹਰਿ ਕਾ ਨਾਮ ਮੀਠਾ ਅਤ ਰਸ ਹੋਏ। ਹੇ ਭਾਈ, ਉਹਨਾਂ ਨੂੰ ਪਰਮੇਸ਼ਰ ਦਾ ਅਤਿਅੰਤ ਮਿੱਠਾ ਨਾਮ ਰਸ ਪ੍ਰਾਪਤ ਹੁੰਦਾ ਹੈ। ਕਿ ਪੀਵਤ ਰਹਿ ਪਿਆਏ ਸੋਏ, ਕਿ ਸੋਏ ਉਹ ਪਰਮੇਸ਼ਰ ਆਪ ਨਾਮ ਰਸ ਪਿਲਾਉਂਦਾ ਹੈ ਅਤੇ ਉਹ ਹੀ ਸਦਾ ਨਾਮ ਰਸ ਪੀਂਦੇ ਰਹਿੰਦੇ ਹਨ। ਕਿ ਜਿਹੜੇ ਨਾਮ ਰਸ ਪੀਂਦੇ ਹਨ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਰਸ ਮਿੱਠਾ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਗੁਰ ਕਿਰਪਾ ਤੇ ਹਰ ਰਸ ਪਾਏ। ਹੇ ਭਾਈ, ਸਤਿਗੁਰਾਂ ਦੀ ਕਿਰਪਾ, ਸਤਿਗੁਰਾਂ ਦੀ ਦਿਆਲਤਾ ਤੋਂ ਹੀ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਕਰੀਦਾ ਹੈ। ਨਾਨਕ ਨਾਮ ਰਤੇ ਗਤ ਪਾਏ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੋ ਨਾਮ ਵਿੱਚ ਰੱਤੇ ਰੰਗੇ ਹੋਏ ਹਨ ਉਹ ਕੇਵਲ ਮੁਕਤੀ ਦੇ ਤਾਈਂ ਪ੍ਰਾਪਤ ਕਰਦੇ ਹਨ। ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸਾਤ ਸਰੀਰ। ਸ਼ਬਦ ਤਰੇ ਜਨ ਸਹਿਜ ਸੁਭਾਏ, ਤਿਨ ਕੈ ਹਮ ਸਦ ਲਾਗਹਿ ਪਾਏ। ਜੋ ਮਨ ਰਾਤੇ ਹਰ ਰੰਗ ਲਾਏ,
ਤਿਨ ਕਾ ਜਨਮ ਮਰਨ ਦੁਖ ਲਾਥਾ, ਤੇ ਹਰ ਦਰ ਗਏ ਮਿਲੈ ਸੁਭਾਏ। ਰਹਾਉ ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਬਸਾਏ। ਹਰ ਪ੍ਰਭ ਸਦਾ ਰਹਿਆ ਭਰਪੂਰ, ਆਪੇ ਨੇੜੈ ਆਪੇ ਦੂਰ। ਆਖਣ ਆਖੈ ਬਕੈ ਸਭ ਕੋਇ, ਆਪੇ ਬਖਸ਼ ਮਿਲਾਏ ਸੋਏ। ਕਹਿਣੈ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਈ। ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਣ ਹਾਰ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਦੁਆਰਾ ਸਮਝਾ ਰਹੇ ਹਨ। ਮਹਾਰਾਜ ਜੀ ਕਥਨ ਕਰਦੇ ਹਨ, ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਕਹਿਣ ਲੱਗੇ, ਹੇ ਭਾਈ, ਸਾਡਾ ਪ੍ਰਭੂ ਪਰਮੇਸ਼ਰ ਸਾਚਾ ਸੱਚਾ ਤ੍ਰੈ ਕਾਲ ਅਵਾਦ ਰੂਪ ਹੈ, ਅਤੇ ਗਹਿਰ ਗੰਭੀਰ, ਗਹਿਰ ਨਿਰਹਲ ਤੇ ਗੰਭੀਰ ਡੂੰਘਾ ਹੈ। ਗਹਿਰ ਗੰਭੀਰ ਡੂੰਘੇ ਤੋਂ ਡੂੰਘਾ ਹੈ। ਸੇਵਤ ਹੀ ਸੁਖ ਸਾਤ ਸਰੀਰ, ਉਸ ਨੂੰ ਸੇਵਤ ਸੇਵਦਿਆਂ, ਉਸ ਦਾ ਸਿਮਰਨ ਕਰਦਿਆਂ ਹੀ ਸਰੀਰ ਵਿੱਚ ਸੁਖ ਆਨੰਦ ਤੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸਰੀਰ ਨੂੰ ਸੁਖ ਪ੍ਰਾਪਤ ਹੁੰਦਾ ਹੈ ਅਤੇ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਸਾਡਾ ਪ੍ਰਭੂ ਪਰਮੇਸ਼ਰ ਸੱਚਾ ਹੈ, ਤ੍ਰੈ ਕਾਲ ਅਵਾਦ ਰੂਪ ਹੈ, ਅਤੇ ਗਹਿਰ ਨਿਰਹਲ ਹੈ ਤੇ ਗੰਭੀਰ ਡੂੰਘਾ ਹੈ। ਗਹਿਰ ਗੰਭੀਰ ਡੂੰਘੇ ਤੋਂ ਵੀ ਡੂੰਘਾ ਹੈ। ਸੇਵਤ ਹੀ ਸੁਖ ਸਾਤ ਸਰੀਰ, ਉਸ ਨੂੰ ਸੇਵਤ ਸੇਵਦਿਆਂ ਹੀ ਸਰੀਰ ਵਿੱਚ ਸੁਖ ਆਨੰਦ ਤੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸਰੀਰ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਅਤੇ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ। ਉਸ ਦਾ ਸਿਮਰਨ ਸਿਫਤਾਂ ਕਰਕੇ, ਵਡਿਆਈ ਕਰਨੇ ਕਰਕੇ। ਸ਼ਬਦ ਧਰੇ ਜਨ ਸਹਿਜ ਸੁਭਾਏ, ਕਿ ਸਹਿਜ ਸੁਭਾਏ ਸ਼ਾਂਤੀ ਵਾਲਾ ਸੁਭਾਅ ਧਾਰਨ ਕਰਕੇ ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕੀਤੀ ਹੈ, ਤਿਨ ਕੈ ਹਮ ਸਦ ਲਾਗਹਿ ਪਾਏ, ਕਿ ਉਹ ਪੁਰਸ਼ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਸਤਿਗੁਰਾਂ ਦੇ ਉਪਦੇਸ਼ ਦੀ ਜਿਨ੍ਹਾਂ ਨੇ ਕਮਾਈ ਕੀਤੀ ਹੈ, ਉਹ ਜਨ, ਉਹ ਪੁਰਸ਼ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਹਾਂ, ਤਿਨ ਕੈ ਹਮ ਸਦ ਲਾਗਹਿ ਪਾਏ, ਕਿ ਉਹਨਾਂ ਗੁਰਮੁਖ ਪੁਰਸ਼ਾਂ ਦੇ ਅਸੀਂ ਹਮੇਸ਼ਾ ਹੀ ਪਾਏ ਚਰਨੀ ਲੱਗਦੇ ਹਾਂ। 362 ਅੰਗ ਤੇ ਮਹਾਰਾਜ ਜੀ ਕਥਨ ਕਰਦੇ ਹਨ, ਜੋ ਮਨ ਰਾਤੇ ਹਰ ਰੰਗ ਲਾਏ। ਹੇ ਭਾਈ, ਜੋ ਜਿਹੜੇ ਪਰਮੇਸ਼ਰ ਵਿੱਚ ਰੰਗ ਪ੍ਰੇਮ ਲਾ ਕੇ ਮਨ ਹਿਰਦੇ ਵਿੱਚ ਰੰਗੇ ਹੋਏ ਹਨ, ਜੋ ਮਨ ਰਾਤੇ ਹਰ ਰੰਗ ਲਾਏ, ਕਿ ਹੇ ਭਾਈ, ਜਿਹੜੇ ਪਰਮੇਸ਼ਰ ਵਿੱਚ ਪ੍ਰੇਮ ਲਾ ਕੇ ਹਿਰਦੇ ਵਿੱਚ ਹਿਰਦੇ ਵਿੱਚੋਂ ਰੰਗੇ ਹੋਏ ਹਨ, ਤਿਨ ਕਾ ਜਨਮ ਮਰਨ ਦੁੱਖ ਲਾਥਾ, ਉਹਨਾਂ ਦਾ ਜਨਮ ਮਰਨ, ਜੰਮਣ ਮਰਨ, ਮੌਤ ਦਾ ਦੁੱਖ ਕਸ਼ਟ ਜਿਹੜਾ ਲਹਿ ਜਾਂਦਾ ਹੈ। ਤੇ ਹਰ ਦਰਗਹਿ ਮਿਲੈ ਸੁਭਾਏ, ਤੇ ਉਹ ਪਰਮੇਸ਼ਰ ਦੀ ਦਰਗਾਹ, ਪਰਮੇਸ਼ਰ ਦੀ ਨਿਆਏ ਸਭਾ ਵਿੱਚ ਸੁਭਾਵਕ ਹੀ ਮਿਲ ਗਏ ਹਨ। ਪ੍ਰਕਾਸ਼ ਸਰੂਪ ਵਿੱਚ ਉਹ ਪਰਮੇਸ਼ਰ ਵਿੱਚ ਮਿਲ ਗਏ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਬਸਾਏ। ਜਿਹੜਾ ਪੁਰਸ਼ ਸਤਿਗੁਰਾਂ ਦੇ ਸ਼ਬਦ, ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਚਖਦਾ ਹੈ, ਭਾਵ ਧਾਰਨ ਕਰਦਾ ਹੈ,
ਉਹ ਸੱਚਾ ਸੁਆਦ ਬ੍ਰਹਮਾਨੰਦ ਪ੍ਰਾਪਤ ਕਰ ਲੈਂਦਾ ਹੈ। ਫਿਰ ਜੀਵਨ ਮੁਕਤੀ ਵਾਸਤੇ ਹਰ ਕਾ ਨਾਮ ਮਨ ਵਸਾਏ, ਕਿ ਹਰੀ ਪਰਮੇਸ਼ਰ ਦਾ ਨਾਮ ਮਨ ਮੰਨਣ ਕਰਕੇ ਹਿਰਦੇ ਵਿੱਚ ਵਸਾਉਂਦਾ ਹੈ। ਜਿਹੜਾ ਪੁਰਸ਼ ਸਤਿਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਚੱਖਦਾ ਹੈ, ਭਾਵ ਧਾਰਨ ਕਰਦਾ ਹੈ, ਉਹ ਸੱਚਾ ਸਵਾਦ ਬ੍ਰਹਮਾਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਫਿਰ ਜੀਵਨ ਮੁਕਤੀ ਵਾਸਤੇ ਹਰ ਕਾ ਨਾਮ ਮਨ ਵਸਾਏ। ਹਰ ਹਰੀ ਪਰਮੇਸ਼ਰ ਦਾ ਨਾਮ ਮਨ ਹੁੰਦਾ, ਮੰਨਣ ਕਰਕੇ ਹਿਰਦੇ ਵਿੱਚ ਵਸਾਉਂਦਾ ਹੈ। ਹਰ ਪ੍ਰਭ ਸਦਾ ਰਹਿਆ ਭਰਪੂਰ। ਉਹਨਾਂ ਪੁਰਸ਼ਾਂ ਦੀ ਅਜਿਹੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਜਿਹੜੇ ਹਿਰਦੇ ਵਿੱਚ ਪਰਮੇਸ਼ਰ ਨੂੰ ਵਸਾਉਂਦੇ ਹਨ, ਉਸ ਅਕਾਲ ਪੁਰਖ ਦੇ ਨਾਮ ਨੂੰ ਵਸਾਉਂਦੇ ਹਨ। ਉਹਨਾਂ ਪੁਰਸ਼ਾਂ ਦੀ ਅਜਿਹੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਕਿ ਉਹ ਹਰੀ ਪਰਮੇਸ਼ਰ ਨੂੰ ਹਮੇਸ਼ਾ ਸਾਰੇ ਵਿਆਪਕ ਹੋ ਰਿਹਾ ਜਾਣਦੇ ਹਨ ਕਿ ਪਰਮੇਸ਼ਰ ਹਰ ਥਾਂ ਵਸ ਰਿਹਾ ਹੈ। ਆਪੇ ਨੇੜਾ ਆਪੇ ਦੂਰ। ਉਹ ਪਰਮੇਸ਼ਰ ਆਪ ਹੀ ਗੁਰਮੁਖ ਜਨਾਂ ਦੇ ਨੇੜੇ ਨਿਕਟ ਹੋ ਕੇ ਵਸਦਾ ਹੈ। ਆਪੇ ਦੂਰ, ਆਪ ਹੀ ਮਨਮੁਖਾਂ ਕੋਲੋਂ ਉਹ ਪਰਮੇਸ਼ਰ ਦੂਰ ਹੈ। ਆਖਣ ਆਖੈ ਬਕੈ ਸਭ ਕੋਏ। ਪੁਰਾਤਨ ਰਿਸ਼ੀਆਂ ਮੁਨੀਆਂ ਦੇ ਕਹੇ ਹੋਏ ਪ੍ਰਸੰਗਾਂ ਨੂੰ ਸਾਰੇ ਕੋਈ ਹੀ ਬਕਤਾ ਹੋ ਕੇ ਉਚਾਰਦੇ ਹਨ, ਪਰੰਤੂ ਜਿਨ੍ਹਾਂ ਤਾਈਂ ਪਰਮੇਸ਼ਰ ਨੇ ਆਪ ਗੁਰੂ ਸਰੂਪ ਹੋ ਕੇ ਬਖਸ਼ਣਾ ਕੀਤਾ ਹੈ, ਆਪੇ ਬਖਸ਼ ਮਿਲਾਏ ਸੋਏ, ਉਹਨਾਂ ਨੂੰ ਹੀ ਆਪਣੇ ਸਰੂਪ ਵਿੱਚ ਮਿਲਾਉਂਦਾ ਹੈ, ਭਾਵ ਅਭੇਦ ਕਰਦਾ ਹੈ। ਆਖਣ ਆਖੈ ਬਕੈ ਸਭ ਕੋਏ, ਕਿ ਪੁਰਾਤਨ ਰਿਸ਼ੀਆਂ ਮੁਨੀਆਂ ਦੇ ਆਖੇ ਮੁਤਾਬਕ ਸਾਰੇ ਕੋਈ ਹੀ ਬਕਦੇ ਹਨ, ਬੋਲਦੇ ਹਨ, ਉਚਾਰਨ ਕਰਦੇ ਹਨ, ਪਰ ਆਪੇ ਬਖਸ਼ ਮਿਲਾਏ ਸੋਏ। ਪਰ ਜਿਨ੍ਹਾਂ ਤਾਈਂ ਪਰਮੇਸ਼ਰ ਨੇ ਆਪ ਗੁਰੂ ਸਰੂਪ ਹੋ ਕੇ ਬਖਸ਼ਣਾ ਕੀਤਾ ਹੈ, ਉਹਨਾਂ ਨੂੰ ਹੀ ਆਪਣੇ ਸਰੂਪ ਵਿੱਚ ਮਿਲਾਉਂਦਾ ਹੈ, ਭਾਵ ਅਭੇਦ ਕਰਦਾ ਹੈ। ਕਹਿਣਾ ਕਥਨ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਕਹਿਣਾ ਕਥਨ ਨਾ ਪਾਇਆ ਜਾਏ, ਕਿ ਸ਼ਕਤੀ ਬਿਰਤੀ ਦੁਆਰਾ ਕਥਨੀਆਂ ਦੇ ਆਖਣ ਨਾਲ ਵੀ ਉਹ ਪਰਮੇਸ਼ਰ ਪ੍ਰਾਪਤ ਨਹੀਂ ਕੀਤਾ ਜਾਂਦਾ। ਉਹ ਤਾਂ ਗੁਰ ਪ੍ਰਸਾਦ ਵਸੈ ਮਨ ਆਏ, ਉਹ ਤਾਂ ਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਮਨ ਦੇ ਵਿੱਚ, ਹਿਰਦੇ ਵਿੱਚ ਆ ਕੇ ਵਸਦਾ ਹੈ। ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰਮੁਖ ਵਿੱਚੋਂ ਆਪ ਗਵਾਏ। ਗੁਰਮੁਖ ਜਨ ਆਪਣੇ ਹਿਰਦੇ ਵਿੱਚੋਂ, ਹਿਰਦੇ ਅੰਦਰੋਂ ਆਪਾ ਭਾਵ ਹੰਕਾਰ ਮੇਟ ਦਿੰਦੇ ਹਨ। ਮੇਟਣੇ ਕਰਕੇ ਹਰ ਰੰਗ ਰਾਤੇ ਮੋਹ ਚੁਕਾਏ, ਕਿ ਉਹ ਪਰਮੇਸ਼ਰ ਦੇ ਪ੍ਰੇਮ ਕਰਕੇ ਰੰਗੇ ਹੋਏ ਸੰਬੰਧੀਆਂ ਸਰੀਰਾਂ, ਮਾਇਆ ਆਦਿਕ ਦਾ ਮੋਹ ਹੀ ਚੁਕਾ ਦਿੰਦੇ ਹਨ, ਭਾਵ ਮੋਹ ਹੀ ਮੇਟ ਦਿੰਦੇ ਹਨ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਭਾਈ ਜੋ ਸੰਸਾਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰਦੇ ਹਨ, ਅਤ ਨਿਰਮਲ ਗੁਰ ਸ਼ਬਦ ਵਿਚਾਰ। ਇਹ ਭਾਈ ਜੋ ਸੰਸਾਰ ਵਿੱਚ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਸ਼ਬਦ ਦੀ ਵਿਚਾਰ ਕਰਦੇ ਹਨ, ਉਹ ਅਤਿਅੰਤ ਨਿਰਮਲ ਉਜਲ ਹੋ ਜਾਂਦੇ ਹਨ। ਨਾਨਕ ਨਾਮ ਸਵਾਰਨ ਹਾਰ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਪਰਮੇਸ਼ਰ ਦਾ ਨਾਮ ਹੀ ਜੀਵਨ ਦੇ ਤਾਈਂ ਸਵਾਰਨ ਵਾਲਾ ਹੈ, ਕਿ ਜਿਹੜੇ ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰਦੇ ਹਨ, ਉਹ ਅਤਿਅੰਤ ਨਿਰਮਲ ਉਜਲ ਹੋ ਜਾਂਦੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਹੀ
ਜੀਵਨ ਦੇ ਤਾਈਂ ਸਵਾਰਨ ਵਾਲਾ ਹੈ। ਆਸਾ ਮਹੱਲਾ ਤੀਜਾ। ਦੂਜੈ ਭਾਏ ਲੱਗੇ ਦੁੱਖ ਪਾਇਆ। ਤੀਜੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਹ ਭਾਈ ਜੋ ਦੂਜੈ ਭਾਏ ਦਵੈਤ ਭਾਵ ਵਿੱਚ ਲੱਗੇ ਹੋਏ ਹਨ, ਜੋ ਦੂਸਰੇ ਸ਼ਬਦ ਸਪਰਸ ਰਸ ਰੂਪ ਗੰਧ ਵਿਸ਼ਿਆਂ ਦੇ ਪ੍ਰੇਮ ਵਿੱਚ ਲੱਗੇ ਹੋਏ ਹਨ, ਉਹਨਾਂ ਨੇ ਜੰਮਣ ਮਰਨ ਰੂਪੀ ਦੁੱਖ ਕਸ਼ਟ ਪਾਉਣਾ ਕੀਤਾ ਹੈ। ਦੂਜੈ ਭਾਏ ਲੱਗੇ ਦੁੱਖ ਪਾਇਆ ਕਿ ਇਹ ਭਾਈ ਜਿਹੜੇ ਦੂਜੇ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲੱਗੇ ਹੋਏ ਹਨ ਪਰਮੇਸ਼ਰ ਨੂੰ ਛੱਡ ਕੇ, ਉਹਨਾਂ ਨੇ ਫਿਰ ਜੰਮਣ ਮਰਨ ਦਾ ਦੁੱਖ ਕਸ਼ਟ ਪਾਉਣਾ ਕੀਤਾ ਹੈ। ਕਿਉਂਕਿ ਪਰਮੇਸ਼ਰ ਬਿਨਾਂ, ਅਕਾਲ ਪੁਰਖ ਬਿਨਾਂ ਜੰਮਣ ਮਰਨ ਦਾ ਦੁੱਖ ਲੱਗਿਆ ਰਹਿੰਦਾ ਹੈ। ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ ਜਾਂ ਨਾਮ ਜਪਦੇ ਹਨ, ਉਹਨਾਂ ਦਾ ਹੀ ਜੰਮਣ ਮਰਨ ਕੱਟਿਆ ਜਾਂਦਾ ਹੈ। ਦੇਵੀ ਦੇਵਤਿਆਂ ਦੀ ਪੂਜਾ ਜਨਮ ਮਰਨ ਨਹੀਂ ਕੱਟਦੀ, ਮੁਕਤੀ ਨਹੀਂ ਦਿੰਦੀ। ਬਿਨ ਸ਼ਬਦੈ ਬਿਰਥਾ ਜਨਮ ਗਵਾਇਆ ਕਿ ਸਤਿਗੁਰਾਂ ਦੇ ਸ਼ਬਦੈ ਉਪਦੇਸ਼ ਦੀ ਕਮਾਈ ਤੋਂ ਬਗੈਰ ਉਹਨਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਬਿਰਥਾ ਬੇਅਰਥ ਹੀ ਗਵਾ ਲਿਆ ਹੈ। ਦਵੈਤ ਦੇ ਵਿੱਚ ਲੱਗਣੇ ਕਰਕੇ ਉਹਨਾਂ ਨੂੰ ਜਨਮ ਮਰਨ ਦੇ ਦੁੱਖ ਲੱਗ ਜਾਂਦੇ ਹਨ ਕਿ ਉਹ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਗੈਰ ਉਹਨਾਂ ਨੂੰ ਆਪਣਾ ਅਮੋਲਕ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਸਤਿਗੁਰ ਸੇਵੈ ਸੋਝੀ ਹੋਏ। ਹੇ ਭਾਈ, ਜੇਕਰ ਸਤਿਗੁਰੂ ਸੱਚੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੀਏ ਤਾਂ ਪਰਮਾਰਥ ਦੀ ਸਮਝ ਸੋਝੀ ਹੁੰਦੀ ਹੈ। ਸਤਿਗੁਰ ਸੇਵੈ ਸੋਝੀ ਹੋਏ। ਹੇ ਭਾਈ, ਜੇਕਰ ਸਤਿਗੁਰੂ ਸੱਚੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੀਏ ਤਾਂ ਪਰਮਾਰਥ ਦੀ ਸੋਝੀ ਸਮਝ ਹੁੰਦੀ ਹੈ। ਜਿਨ੍ਹਾਂ ਨੂੰ ਸਮਝ ਪਈ ਹੈ ਦੂਜਾ ਭਾਏ ਨਾ ਲਾਗੈ ਕੋਏ, ਕਿ ਉਹ ਕੋਈ ਦੂਜਾ ਭਾਏ ਦਵੈਤ ਭਾਵ ਵਿੱਚ ਜਾਂ ਦੂਸਰੇ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਨਹੀਂ ਲੱਗਦੇ। ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਦੇਵੀ ਦੇਵਤਿਆਂ ਨੇ ਮੁਕਤੀ ਨਹੀਂ ਦੇਣੀ, ਉਹ ਤਾਂ ਗੁਰੂ ਸਾਹਿਬ ਜੀ ਦੀ ਟਹਿਲ ਕਰਦੇ ਹਨ ਤੇ ਉਹਨਾਂ ਨੂੰ ਫਿਰ ਪਰਮਾਰਥ ਦੀ, ਪਰਮੇਸ਼ਰ ਦੇ ਨਾਲ ਮਿਲਣ ਦੀ ਸਮਝ ਆ ਜਾਂਦੀ ਹੈ। ਮੂਲ ਲਾਗੇ ਸੇ ਜਨ ਪਰਵਾਣ। ਜਿਹੜੇ ਮੂਲ ਮੁੱਢ ਰੂਪ ਪਰਮੇਸ਼ਰ ਦੇ ਨਾਮ ਵਿੱਚ ਲੱਗੇ ਹਨ, ਮੂਲ ਲਾਗੇ ਜਿਹੜੇ ਮੂਲ ਮੁੱਢ ਰੂਪ ਪਰਮੇਸ਼ਰ ਦੇ ਨਾਮ ਵਿੱਚ ਲੱਗੇ ਹਨ, ਜਿਹੜੇ ਮੂਲ ਮੁੱਢ ਭਾਵ ਜਨਮ ਤੋਂ ਹੀ ਭਜਨ ਬੰਦਗੀ ਵਿੱਚ ਲੱਗੇ ਹੋਏ ਹਨ। ਸੇ ਜਨ ਪਰਵਾਣ। ਸੇ ਉਹ ਜਨ ਪੁਰਸ਼ ਪ੍ਰਵਾਣਿਕ ਭਾਵ ਸਫਲੇ ਹਨ, ਜਿਹੜੇ ਜਨਮ ਤੋਂ ਹੀ ਭਜਨ ਬੰਦਗੀ ਵਿੱਚ ਲੱਗੇ ਹੋਏ ਹਨ, ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗੇ ਹੋਏ ਹਨ। ਉਹ ਪੁਰਸ਼ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਣਿਕ ਭਾਵ ਸਫਲੇ ਹਨ। ਅਨ ਦਿਨ ਰਾਮ ਨਾਮ ਜਪ ਹਿਰਦੈ, ਗੁਰ ਸ਼ਬਦੀ ਹਰ ਏਕੋ ਜਾਣ। ਜਿਹੜੇ ਭਜਨ ਬੰਦਗੀ ਵਿੱਚ ਲੱਗੇ ਹਨ, ਉਹ ਆਨ ਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ, ਮਨ ਵਿੱਚ ਜਪਦੇ ਹਨ ਅਤੇ ਗੁਰ ਸ਼ਬਦੀ ਹਰ ਏਕੋ ਜਾਣ। ਉਹ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਾਰਿਆਂ ਵਿੱਚ ਇੱਕੋ ਇੱਕ ਪਰਮੇਸ਼ਰ ਨੂੰ ਹੀ ਰਮਿਆ ਹੋਇਆ ਜਾਣਦੇ ਹਨ ਕਿ ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਕਿ ਜਿਹੜੇ ਪਰਮੇਸ਼ਰ ਨੂੰ ਮਨ ਦੇ ਵਿੱਚ ਟਿਕਾ ਕੇ ਰੱਖਦੇ ਹਨ, ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਹਨ, ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਦੇ ਹਨ ਤੇ ਕਮਾਈ ਕਰਕੇ ਸਾਰਿਆਂ ਵਿੱਚ ਇੱਕ ਪਰਮੇਸ਼ਰ ਨੂੰ ਰਮਿਆ ਹੋਇਆ ਹੀ ਜਾਣਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ। ਡਾਲੀ ਲਾਗੈ ਨੇ ਫਲ ਜਾਏ, ਅੰਧੀ ਕੰਮੀ ਅੰਧ ਸਜਾਏ।
हे ਭਾਈ, ਜਿਹੜੇ ਮੁੱਢ ਰੂਪ ਪਰਮਾਤਮਾ ਨੂੰ ਛੱਡ ਕੇ ਡਾਲੀ ਟਾਹਣੀਆਂ ਦੀ ਨਿਆਈ ਦੇਵੀ ਦੇਵਤਿਆਂ ਦੀ ਉਪਾਸਨਾ ਵਿੱਚ ਲੱਗਦੇ ਹਨ, ਅੰਧੀ ਕੰਮੀ ਅੰਧ ਸਜਾਏ, ਉਹਨਾਂ ਦਾ ਮਨੁੱਖਾ ਜਨਮ ਨਿਸਫਲ ਵੀ ਚਲਿਆ ਜਾਂਦਾ ਹੈ। ਉਹਨਾਂ ਦੀ ਕੀਤੀ ਹੋਈ ਸੇਵਾ ਨਿਸਫਲ ਹੀ ਚਲੀ ਜਾਂਦੀ ਹੈ। ਅੰਧੀ ਕੰਮੀ ਅੰਧ ਸਜਾਏ, ਅੰਧੀ ਅੰਧਤਾਈ ਵਾਲੀ ਕੰਮੀ ਕੰਮ ਕਰਨ ਨਾਲ ਅਗਿਆਨਤਾ ਦੀ ਸਜ਼ਾ ਮਿਲਦੀ ਹੈ। ਅੰਨੇ ਕਰਮ ਕਰਨ ਨਾਲ ਅਗਿਆਨੀਆਂ ਨੂੰ ਨਰਕਾਂ ਵਿੱਚ ਅਤਿਅੰਤ ਗਿਆਨ ਤੋਂ ਹੀਣਿਆਂ ਨੂੰ ਨਰਕਾਂ ਵਿੱਚ ਅਤਿਅੰਤ ਸਜ਼ਾ ਮਿਲਦੀ ਹੈ। ਮਨਮੁਖ ਅੰਧਾ ਠੌਰ ਨਾ ਪਾਏ, ਮਨਮੁਖ ਬੇਸਮਝ ਅੰਧਾ ਅਗਿਆਨੀ ਗਿਆਨ ਤੋਂ ਹੀਣਾ ਪੁਰਸ਼ ਲੋਕ ਪਰਲੋਕ ਵਿੱਚ ਸਤ ਸੰਗਤ ਵਿੱਚ ਜਾਂ ਤੁਰਿਆ ਪਦ ਵਿੱਚ ਇਸਤਤ ਹੋਣ ਰੂਪੀ ਠੌਰ ਹੁੰਦਾ ਅਸਥਾਨ ਨਹੀਂ ਪਾਉਂਦਾ। ਮਨਮੁਖ ਅੰਧਾ ਠੌਰ ਨਾ ਪਾਏ ਕਿ ਜੋ ਮਨਮੁਖ ਬੇਸਮਝ ਅੰਧਾ ਅਗਿਆਨੀ ਗਿਆਨ ਤੋਂ ਹੀਣਾ ਪੁਰਸ਼ ਲੋਕ ਪਰਲੋਕ ਵਿੱਚ ਜਾਂ ਸਤ ਸੰਗਤ ਵਿੱਚ ਜਾਂ ਤੁਰਿਆ ਪਦ ਵਿੱਚ ਇਸਤਤ ਰੂਪ ਠਹਿਰਨਾ ਰੂਪੀ ਥਾਂ ਨਹੀਂ ਪਾਉਂਦਾ। ਬਿਸ਼ਟਾ ਕਾ ਕੀੜਾ ਬਿਸ਼ਟਾ ਮਹੇ ਪਚਾਹੇ, ਜਿਵੇਂ ਬਿਸ਼ਟਾ ਗੰਦਗੀ ਦਾ ਕੀੜਾ, ਗੰਦਗੀ ਦਾ ਕਿਰਮ ਗੰਦਗੀ ਵਿੱਚ ਹੀ ਨਾਸ ਹੁੰਦਾ ਹੈ, ਪਚਾਏ ਨਾਸ ਹੁੰਦਾ ਹੈ। ਇਸੇ ਪ੍ਰਕਾਰ ਅਗਿਆਨੀ ਗਿਆਨ ਤੋਂ ਹੀਣਾ ਪੁਰਸ਼ ਵਿਸ਼ਿਆਂ ਰੂਪੀ ਗੰਦਗੀ ਦਾ ਕੀੜਾ ਬਣ ਕੇ ਵਿਸ਼ਿਆਂ ਵਿੱਚ ਹੀ ਨਾਸ ਹੁੰਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰ ਕੀ ਸੇਵਾ ਸਦਾ ਸੁਖ ਪਾਏ, ਸਤਿਗੁਰੂ ਸਾਹਿਬ ਦੀ ਸੇਵਾ ਕਰਨ ਨਾਲ ਟਹਿਲ ਕਰਨ ਨਾਲ ਸਦਾ ਸੁਖ ਪਾਏ, ਹਮੇਸ਼ਾ ਰਹਿਣ ਵਾਲਾ ਸੁਖ ਆਨੰਦ ਪ੍ਰਾਪਤ ਕਰ ਲੈਂਦਾ ਹੈ। ਸਤ ਸੰਗਤ ਮਿਲ ਹਰ ਗੁਣ ਗਾਏ, ਉਹ ਸਤ ਸੰਗਤ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਣ ਕਰਕੇ ਪਰਮੇਸ਼ਰ ਦੇ ਗੁਣ ਪਰਮੇਸ਼ਰ ਦੀਆਂ ਸਿਫਤਾਂ ਤਾਈਂ ਗਾਉਂਦਾ ਹੈ ਤੇ ਸਤ ਸੰਗਤ ਦੁਆਰਾ ਹੀ ਪਰਮੇਸ਼ਰ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ। ਨਾਮੇ ਨਾਮ ਕਰੇ ਵਿਚਾਰ, ਜਿਹੜਾ ਸਤ ਸੰਗਤ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਣ ਕਰਕੇ ਪਰਮੇਸ਼ਰ ਦੇ ਸਿਫਤਾਂ ਤਾਈਂ ਗਾਉਣਾ ਹੈ, ਜੋ ਨਾਮੀ ਪਰਮੇਸ਼ਰ ਦੇ ਨਾਮ ਦੀ ਵਿਚਾਰ ਨਿਰਣਾ ਕਰਦੇ ਹਨ, ਜੋ ਨਾਮੇ ਕੇਵਲ ਨਾਮ ਹੀ ਨਾਮ ਦੀ ਵਿਚਾਰ ਕਰਦੇ ਹਨ। ਆਪ ਤਰੈ ਕੋਲ ਉਦਾਹਰਨਹਾਰ, ਕਿ ਉਹ ਆਪ ਵੀ ਸੰਸਾਰ ਸਮੁੰਦਰ ਤੋਂ ਤਰਦੇ ਹਨ ਅਤੇ ਆਪਣੀ ਕੁਲ ਨੂੰ ਵੀ ਉਦਰਨਹਾਰ ਉਦਾਹਰਨ ਵਾਲੇ ਬਣ ਜਾਂਦੇ ਹਨ। ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਦਰਨਹਾਰ, ਜੋ ਨਾਮੀ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਹਨ, ਜੋ ਨਾਮੇ ਨਾਮ ਕੇਵਲ ਨਾਮ ਹੀ ਨਾਮ ਦੀ ਵਿਚਾਰ ਕਰਦੇ ਹਨ, ਉਹ ਆਪ ਤਾਂ ਸੰਸਾਰ ਸਮੁੰਦਰ ਤੋਂ ਤਰਦੇ ਹੀ ਹਨ ਅਤੇ ਆਪਣੀ ਕੁਲ ਨੂੰ ਵੀ ਉਦਰਨਹਾਰ ਉਦਾਹਰਨ ਵਾਲੇ ਬਣ ਜਾਂਦੇ ਹਨ। ਗੁਰ ਕੀ ਬਾਣੀ ਨਾਮ ਬਜਾਏ, ਨਾਨਕ ਮਹੱਲ ਸ਼ਬਦ ਕਰ ਪਾਏ। ਸਤਿਗੁਰੂ ਜੀ ਦੀ ਬਾਣੀ ਰਚਨਾ ਦੁਆਰਾ ਹਿਰਦੇ ਵਿੱਚ ਨਾਮੀ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਂਦਾ ਹੈ। ਗੁਰ ਕੀ ਬਾਣੀ ਨਾਮ ਬਜਾਏ, ਕਿ ਗੁਰੂ ਸਾਹਿਬ ਜੀ ਦੀ ਬਾਣੀ ਰਚਨਾ ਦੁਆਰਾ ਹਿਰਦੇ ਵਿੱਚ ਨਾਮੀ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਂਦਾ ਹੈ। ਨਾਨਕ ਮਹੱਲ ਸ਼ਬਦ ਘਰ ਪਾਏ, ਸਤਿਗੁਰੂ ਜੀ ਉਚਾਰਦੇ ਹਨ ਕਿ ਗੁਰਾਂ ਦੇ ਸ਼ਬਦ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹਿਰਦੇ ਵਿੱਚੋਂ ਹੀ ਮਹੱਲ ਸਰੂਪ ਤੁਰਿਆ ਪਦ ਨੂੰ ਪ੍ਰਾਪਤ ਕਰੀਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸਮਝਾਉਣਾ ਕੀਤਾ ਹੈ। ਗੁਰ ਕੀ ਬਾਣੀ ਨਾਮ ਬਜਾਏ,
ਨਾਨਕ ਮਹੱਲ ਸ਼ਬਦ ਘਰ ਪਾਏ। ਕਿ ਸਤਿਗੁਰੂ ਜੀ ਦੀ ਬਾਣੀ ਦੁਆਰਾ ਹਿਰਦੇ ਵਿੱਚ ਨਾਮੀ ਪਰਮੇਸ਼ਰ ਦਾ ਨਾਮ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਜੀ ਉਚਾਰਦੇ ਹਨ ਕਿ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਹਿਰਦੇ ਵਿੱਚੋਂ ਹੀ ਮਹੱਲ ਸਰੂਪ ਤੁਰਿਆ ਪਦ ਨੂੰ ਪ੍ਰਾਪਤ ਕਰੀਦਾ ਹੈ। ਮਹਾਰਾਜ ਜੀ ਨੇ ਅਗਲੇ ਪੰਗਤੀਆਂ ਅੰਦਰ ਸਮਝਾਉਣਾ ਕੀਤਾ ਹੈ। ਗੁਰਮਤਿ ਸਤ ਸਰ ਹਾਰ ਜਲ ਨਹਾਇਆ, ਦੁਰਮਤਿ ਮੈਲ ਸਭ ਦੁਰਤ ਗਵਾਇਆ। ਗੁਰਮਤਿ ਸਤ ਸਰ ਹਾਰ ਜਲ ਨਹਾਇਆ, ਕਿ ਜੋ ਸਤ ਸੰਤੋਖ ਸ਼ੁਭ ਗੁਣਾਂ ਦਾ ਸਤ ਸੰਗਤ ਰੂਪੀ ਸੱਚਾ ਸਰੋਵਰ ਹੈ, ਉਸ ਵਿੱਚ ਜਿਸ ਨੇ ਗੁਰਮਤਿ ਸਤਿਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਜਲ ਪਾਣੀ ਨਾਲ ਨਹਾਇਆ ਇਸ਼ਨਾਨ ਕੀਤਾ ਹੈ, ਉਸ ਨੇ ਦੁਰਮਤ ਮੈਲ ਸਭ ਦੁਰਤ ਗਵਾਇਆ। ਉਸ ਨੇ ਦੁਰਮਤ ਖੋਟੀ ਮਤ ਰੂਪੀ ਮੈਲ ਗੰਦਗੀ ਅਤੇ ਸਾਰੇ ਪਾਪਾਂ ਨੂੰ ਗਵਾ ਲਿਆ ਹੈ। ਗੁਰਮਤਿ ਸਤ ਸਰ ਹਰ ਜਲ ਨਹਾਇਆ, ਦੁਰਮਤ ਮੈਲ ਸਭ ਦੁਰਤ ਗਵਾਇਆ। ਜੋ ਸਤ ਸੰਤੋਖ ਸੋਭ ਗੁਣਾਂ ਦਾ ਸਤ ਸੰਗਤ ਰੂਪੀ ਸੱਚਾ ਸਰੋਵਰ ਹੈ, ਉਸ ਵਿੱਚ ਜਿਸ ਨੇ ਸਤਿਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਰੂਪੀ ਜਲ ਵਿੱਚ ਨਾਮ ਰੂਪੀ ਪਾਣੀ ਨਾਲ ਇਸ਼ਨਾਨ ਕੀਤਾ ਹੈ, ਉਸ ਨੇ ਖੋਟੀ ਮਤ ਰੂਪੀ ਮੈਲ ਗੰਦਗੀ ਅਤੇ ਸਾਰੇ ਦੁਰਤ ਪਾਪਾਂ ਨੂੰ ਗਵਾ ਲਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀ